ਹੈਲੋ एवरीवन ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ 'ਤੇ ਸਵਾਗਤ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ATT 5994 ਪੇਪਰ A ਜੋ ਪੰਜਾਬੀ ਹੈ ਕੁਆਲੀਫਾਈਂਗ ਨੇਚਰ ਦਾ ਪੇਪਰ ਹੈ। ਇਸ ਦੇ ਵਿੱਚ ਜੋ ਪਹਿਲਾ ਪਾਰਟ ਹੈ ਉਹ ਗੁਰਮਤ ਕਾਵ ਹੈ। ਸੋ ਗੁਰਮਤ ਕਾਵ ਦੇ ਬਾਰੇ ਇੱਕ ਵੀਡੀਓ ਜੋ ਹੈ ਆਲਰੇਡੀ ਅਪਲੋਡ ਹੋ ਚੁੱਕੀ ਹੈ। ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਉਸ ਦੇ ਵਿੱਚ ਪਹਿਲੇ ਗੁਰਮਤ ਕਾਵ ਦੇ ਰਚਨਹਾਰ ਹਨ। ਠੀਕ ਹੈ, ਸੋ ਇਹ ਆਪਾਂ ਪੂਰਾ ਗੁਰੂ ਨਾਨਕ ਦੇਵ ਜੀ ਵਾਲਾ ਟੌਪਿਕ ਇਸ ਵੀਡੀਓ ਦੇ ਵਿੱਚ ਕਵਰ ਕਰ ਲਾਂਗੇ। ਇਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ। ਸੋ ਪੂਰਾ ਟੌਪਿਕ ਜੋ ਹੈ ਗੁਰੂ ਨਾਨਕ ਦੇਵ ਜੀ ਵਾਲਾ ਇਸ ਦੇ ਵਿੱਚ ਕਵਰ ਕਰਵਾ ਦਿੱਤਾ ਜਾਏਗਾ। ਆਪਾਂ ਦੇਖ ਲੈਂਦੇ ਹਾਂ ਇਸ ਦੇ ਵਿੱਚ ਕੀ ਹੋਏਗਾ। ਸੋ ਗੁਰੂ ਨਾਨਕ ਦੇਵ ਜੀ ਜਿਵੇਂ ਕਿ ਤੁਹਾਨੂੰ ਸ਼ੋਅ ਹੋ ਰਿਹਾ, ਸੋ ਇੱਥੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੇਖਾਂਗੇ, ਉਹਨਾਂ ਦੀਆਂ ਰਚਨਾਵਾਂ ਜੋ ਗੁਰਮਤ ਕਾਵ ਦੇ ਨਾਲ ਸੰਬੰਧਿਤ ਨੇ ਔਰ ਉਹਨਾਂ ਦਾ ਵਿਚਾਰਧਾਰਾ ਕੀ ਹੈ ਔਰ ਉਹਨਾਂ ਦਾ ਫਲਸਫਾ ਕੀ ਹੈ। ਠੀਕ ਹੈ, ਇਸ ਤੋਂ ਇਲਾਵਾ ਇਸ ਟੌਪਿਕ ਦੇ MCQ ਵੀ ਜੋ ਹੈ ਆਪਾਂ ਨਾਲ ਦੀ ਨਾਲ ਹੀ ਕਰਾਂਗੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ। ਜੇਕਰ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਬਾਕੀਆਂ ਤੱਕ ਵੀ ਜੋ ਹੈ ਇਹ ਵੀਡੀਓ ਜਾਏਗੀ ਔਰ ਬਾਕੀ ਵੀ ਇਸ ਦਾ ਲਾਭ ਜੋ ਹੈ ਤੁਹਾਡੇ ਫਰੈਂਡਸ ਉਹ ਉਠਾ ਸਕਣਗੇ। ਸੋ ਜਿੰਨਾ ਤੁਸੀਂ ਰਿਸਪੌਂਸ ਦਿਓਗੇ ਓਨਾ ਹੀ ਮੇਰੇ ਵੱਲੋਂ ਵੀ ਜ਼ਿਆਦਾ ਜੋ ਹੈ ਇੱਕ ਮੋਟੀਵੇਸ਼ਨ ਦੇ ਤੌਰ 'ਤੇ ਤੁਹਾਡਾ ਰਿਸਪੌਂਸ ਕੰਮ ਕਰੇਗਾ। ਸੋ ਓਨਾ ਹੀ ਜ਼ਿਆਦਾ ਆਪਾਂ ਟੌਪਿਕਸ ਨੂੰ ਗਹਿਰਾਈ ਦੇ ਨਾਲ ਕਰਾਂਗੇ। ਅਗਰ ਤੁਸੀਂ ਰਿਸਪੌਂਸ ਘੱਟ ਦਿਓਗੇ ਤਾਂ ਪੜ੍ਹਾਉਣ ਵਾਲੇ ਦਾ ਵੀ ਰਿਸਪੌਂਸ ਜੋ ਹੈ ਉਹ ਘੱਟ ਜਾਂਦਾ। ਸੋ ਤੁਹਾਡਾ ਰਿਸਪੌਂਸ ਰਹਿਣਾ ਜ਼ਰੂਰੀ ਹੈ। ਅਗਰ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨਾਲ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ। ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਟੌਪਿਕ ਸ਼ੁਰੂ ਕਰਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜੀਵਨ ਕਾਲ ਹੈ 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ। ਸੋ ਇਹਦੇ ਵਿੱਚ ਆਪਾਂ ਕੀ ਟੌਪਿਕ ਕਵਰ ਕਰਾਂਗੇ। ਜਾਣ ਪਛਾਣ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਹੈ ਉਸ ਦੇ ਵਿੱਚ ਆਪਾਂ ਇਹਨਾਂ ਦਾ ਜਨਮ, ਇਹਨਾਂ ਦੇ ਮਾਤਾ ਪਿਤਾ, ਭੈਣ, ਪੜ੍ਹਨ ਸੰਬੰਧੀ ਔਰ ਧਰਮ ਪਤਨੀ ਅਤੇ ਪੁੱਤਰ ਔਰ ਜੋਤੀ ਜੋਤ ਜੋ ਹੈ ਕਦੋਂ ਸਮਾਈ ਅਤੇ ਹੋਰ ਜੋ ਫੈਕਚੁਅਲ ਇਨਫੋਰਮੇਸ਼ਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਜਿੱਥੋਂ ਕੁਐਸਚਨ ਵੀ ਪੁੱਛੇ ਜਾਂਦੇ ਆ ਉਹ ਵੀ ਆਪਾਂ ਦੇਖਾਂਗੇ। ਸੋ ਸਭ ਤੋਂ ਪਹਿਲਾਂ ਕਿਉਂਕਿ ਆਪਾਂ ਗੁਰਮਤ ਕਾਵ ਪੜ੍ਹ ਰਹੇ ਹਾਂ ਔਰ ਉਹਦੇ ਵਿੱਚ ਜੋ ਪਹਿਲੇ ਕਵੀ ਨੇ ਜਾਂ ਪਹਿਲੇ ਰਚਨਹਾਰ ਨੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਸੋ ਗੁਰਮਤ ਕਾਵ ਦਾ ਜੇਕਰ ਮੋਢੀ ਕਿਹਾ ਜਾਂਦਾ ਹੈ ਤਾਂ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਅਗਰ ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਗੁਰਮਤ ਕਾਵ ਦਾ ਮੋਢੀ ਕੌਣ ਹੈ ਤਾਂ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਹੀ ਹਨ। ਸੋ ਹੁਣ ਆਪਾਂ ਇਹਨਾਂ ਦੇ ਜੀਵਨ 'ਤੇ ਆਉਂਦੇ ਹਾਂ। ਇਹ ਸਭ ਨੂੰ ਹੀ ਪਤਾ ਹੈ ਕਿ ਸਿੱਖਾਂ ਦੇ ਜੋ ਹੈ ਪਹਿਲੇ ਗੁਰੂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ। ਸੋ ਜਨਮ ਜੋ ਹੈ ਇਹਨਾਂ ਦਾ ਕਦੋਂ ਹੋਇਆ? ਇਹਨਾਂ ਦਾ ਜਨਮ ਹੋਇਆ 15 ਅਪ੍ਰੈਲ 1469 ਈਸਵੀ ਦੇ ਵਿੱਚ। ਠੀਕ ਹੈ, 15 ਅਪ੍ਰੈਲ 1469 ਈਸਵੀ ਦੇ ਵਿੱਚ ਹੋਇਆ ਔਰ ਇਹ ਕਿੱਥੇ ਹੋਇਆ? ਪਾਕਿਸਤਾਨ ਦੇ ਨੇੜੇ ਰਾਏ ਭੋਏ ਦੀ ਤਲਵੰਡੀ ਵਿਖੇ, ਜਿਸ ਨੂੰ ਹੁਣ ਕੀ ਕਿਹਾ ਜਾਂਦਾ ਹੈ? ਨਨਕਾਣਾ ਸਾਹਿਬ। ਤੁਹਾਨੂੰ ਇਹ ਕੁਐਸਚਨ ਪੁੱਛ ਲਿਆ ਜਾ ਸਕਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਜਨਮ ਹੋਇਆ ਉਸ ਨੂੰ ਹੁਣ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਉਸ ਨੂੰ ਨਨਕਾਣਾ ਸਾਹਿਬ ਆਖਿਆ ਜਾਂਦਾ। ਸੋ ਇਸ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਬਾਰੇ ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੇ ਮਾਤਾ ਪਿਤਾ ਕੌਣ ਸੀ ਔਰ ਉਹ ਕੀ ਕੰਮ ਕਰਦੇ ਸੀ। ਸੋ ਜੇਕਰ ਆਪਾਂ ਮਾਤਾ ਦੀ ਗੱਲ ਕਰੀਏ ਤਾਂ ਮਾਤਾ ਦਾ ਨਾਮ ਸੀ ਤ੍ਰਿਪਤਾ ਦੇਵੀ ਔਰ ਪਿਤਾ ਦਾ ਨਾਮ ਸੀ ਮਹਿਤਾ ਕਾਲੂ ਜੀ। ਔਰ ਪਿਤਾ ਦੇ ਨਾਮ ਨੂੰ ਆਪਾਂ ਹੋਰ ਨਾਮ ਨਾਲ ਵੀ ਜਾਣਦੇ ਹਾਂ। ਕਈ ਵਾਰੀ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਮਹਿਤਾ ਕਾਲੂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ, ਤਾਂ ਕੁਝ ਉਹਨਾਂ ਨੂੰ ਕਲਿਆਣ ਚੰਦ ਦਾਸ ਬੇਦੀ ਕਹਿੰਦੇ ਸੀ ਜਾਂ ਮਹਿਤਾ ਕਲਿਆਣ ਰਾਏ ਵੀ ਕਹਿੰਦੇ ਸੀ। ਠੀਕ ਹੈ, ਮਹਿਤਾ ਕਾਲੂ ਨੂੰ ਇਸ ਨਾਮ ਨਾਲ ਵੀ ਜਾਣਿਆ ਜਾਂਦਾ। ਸੋ ਉਹ ਕੀ ਕੰਮ ਕਰਦੇ ਸੀ? ਉਹ ਕੰਮ ਕਰਦੇ ਸੀ ਪਿੰਡ ਦੇ ਵਿੱਚ ਤਲਵੰਡੀ ਦੇ ਵਿੱਚ ਫਸਲ ਮਾਮਲੇ ਦੇ ਪਟਵਾਰੀ ਸੀ। ਠੀਕ ਹੈ, ਔਰ ਇਸ ਦੇ ਇਲਾਕੇ ਵਿੱਚ ਇੱਕ ਮੁਸਲਮਾਨ ਜ਼ਿਮੀਂਦਾਰ ਰਾਏ ਸੀ, ਬੁਲਾਰ ਹੇਠ ਜੋ ਹੈ ਨੌਕਰੀ ਕਰਦੇ ਸੀ ਉਹਨਾਂ ਦੇ ਪਿਤਾ। ਠੀਕ ਹੈ, ਸੋ ਹੁਣ ਆਪਾਂ ਗੱਲ ਕਰ ਲਈਏ ਉਹਨਾਂ ਦੇ ਭੈਣ ਜੀ ਬਾਰੇ। ਤਾਂ ਉਹਨਾਂ ਦੀ ਇੱਕੋ ਇੱਕ ਭੈਣ ਸੀ ਜਿਨ੍ਹਾਂ ਦਾ ਨਾਮ ਸੀ ਬੇਬੇ ਨਾਨਕੀ। ਤੁਹਾਨੂੰ ਇਹ ਕੁਐਸਚਨ ਪੁੱਛ ਲਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਦਾ ਕੀ ਨਾਮ ਸੀ? ਤਾਂ ਉਹਨਾਂ ਦਾ ਨਾਮ ਸੀ ਬੇਬੇ ਨਾਨਕੀ। ਜੇਕਰ ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਹੋਇਆ ਸੀ ਜੈਰਾਮ ਨਾਲ। ਠੀਕ ਹੈ, ਵਿਆਹ ਜੈਰਾਮ ਨਾਲ ਹੋਇਆ ਸੀ ਬੇਬੇ ਨਾਨਕੀ ਦਾ। ਜੈਰਾਮ ਕੀ ਕਰਦੇ ਸੀ? ਸੁਲਤਾਨਪੁਰ ਲੋਧੀ ਵਿਖੇ ਜੋ ਲਾਹੌਰ ਦੇ ਗਵਰਨਰ ਦੌਲਤ ਖਾਨ ਦੇ ਮੋਦੀਖਾਨੇ ਦੇ ਵਿੱਚ ਕੀ ਹੈ ਕੰਮ ਕਰਦੇ ਸੀ। ਸੋ ਇਹ ਕੁਐਸਚਨ ਵੀ ਪੁੱਛ ਲਿਆ ਜਾ ਸਕਦਾ ਹੈ ਕਿ ਜੈਰਾਮ ਕਿੱਥੇ ਕੰਮ ਕਰਦੇ ਸੀ? ਮੋਦੀਖਾਨੇ ਦੇ ਵਿੱਚ ਜੋ ਗਵਰਨਰ ਦੌਲਤ ਖਾਨ ਦੇ ਅੰਡਰ ਆਉਂਦਾ ਸੀ। ਠੀਕ ਹੈ,
ਇਸ ਤੋਂ ਬਾਅਦ ਆਪਾਂ ਪੜ੍ਹਾਈ ਸੰਬੰਧੀ ਦੇਖ ਲੈਂਦੇ ਹਾਂ ਕਿ ਉਹਨਾਂ ਨੇ ਕਿੱਥੋਂ ਕਿੱਥੋਂ ਕੀ ਪੜ੍ਹਿਆ। ਠੀਕ ਹੈ, ਸੋ ਇਸ ਤੋਂ ਪਹਿਲਾਂ ਇੱਕ ਹੋਰ ਤੁਹਾਨੂੰ ਨੋਟ ਕਰ ਲੈਣਾ ਚਾਹੀਦਾ ਹੈ ਕਿ 16 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਉਸ ਮੋਦੀਖਾਨੇ ਦੇ ਵਿੱਚ ਕੰਮ ਕਰਨ ਲੱਗ ਪਏ ਸੀ, ਕਿਉਂਕਿ ਭੈਣ ਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਪਿਆਰ ਸੀ। ਸੋ ਉਹ ਕੀ ਹੈ, ਆਪਣੇ ਭੈਣ ਦੇ ਕੋਲ ਜੋ ਹੈ ਉਹ ਚਲੇ ਗਏ ਸੀ। ਠੀਕ ਹੈ, ਸੋ ਇਸ ਤੋਂ ਇਲਾਵਾ ਪੜ੍ਹਨ ਦੇ ਬਾਰੇ ਅਗਰ ਗੱਲ ਕਰੀਏ ਤਾਂ 7 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਪਹਿਲਾਂ ਗੋਪਾਲ ਪੰਡਿਤ ਕੋਲ ਕੀ ਹੈ, ਹਿੰਦੀ ਪੜ੍ਹਨ ਭੇਜਿਆ ਗਿਆ ਸੀ। ਸੋ ਤੁਹਾਨੂੰ ਇਹ ਪੁੱਛ ਲਿਆ ਜਾ ਸਕਦਾ ਹੈ ਕਿ ਹਿੰਦੀ ਪੜ੍ਹਨ ਲਈ ਕਿੰਨੀ ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ ਸੀ, ਤਾਂ ਉਹ ਹੈ 7 ਸਾਲ ਦੀ ਉਮਰ ਦੇ ਵਿੱਚ। ਔਰ ਕਿਸ ਕੋਲ ਭੇਜਿਆ ਸੀ? ਪੰਡਿਤ ਗੋਪਾਲ ਕੋਲ। ਠੀਕ ਹੈ, ਉਸ ਤੋਂ ਬਾਅਦ ਜੋ ਬ੍ਰਿਜ ਲਾਲ ਪੰਡਿਤ ਸੀ ਉਹਨਾਂ ਕੋਲ ਕੀ ਹੈ, ਸੰਸਕ੍ਰਿਤ ਇਹਨਾਂ ਨੇ ਪੜ੍ਹੀ ਸੀ। ਤੁਹਾਨੂੰ ਇਹ ਵੀ ਪੁੱਛ ਲਿਆ ਜਾ ਸਕਦਾ ਹੈ ਕਿ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਕ੍ਰਿਤ ਦੀ ਪੜ੍ਹਾਈ ਕਿਹਨਾਂ ਕੋਲੋਂ ਕੀਤੀ, ਉਹਨਾਂ ਦੇ ਗੁਰੂ ਕੌਣ ਸੀ? ਤਾਂ ਉਹ ਹੈ ਬ੍ਰਿਜ ਲਾਲ ਪੰਡਿਤ। ਠੀਕ ਹੈ, ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਲੈਂਗੁਏਜ ਦੀ ਪੜ੍ਹਾਈ ਕੀਤੀ ਜਿਸ ਨੂੰ ਫਾਰਸੀ ਕਹਿੰਦੇ ਆ। ਠੀਕ ਹੈ, ਫਾਰਸੀ ਦੀ ਪੜ੍ਹਾਈ ਜੋ ਆ 13 ਸਾਲ ਦੀ ਉਮਰ ਦੇ ਵਿੱਚ ਕੀਤੀ। ਔਰ ਇਹਨਾਂ ਦੀ ਫਾਰਸੀ ਦੀ ਪੜ੍ਹਾਈ ਕਿਹਨੇ ਕਰਵਾਈ? ਮੌਲਵੀ ਕੁਤਬਦੀਨ ਦੇ ਕੋਲੋਂ ਕੀਤੀ ਸੀ। ਠੀਕ ਹੈ, ਤਲਵੰਡੀ ਦੇ ਮੌਲਵੀ ਕੁਤਬਦੀਨ ਕੋਲ ਕੀ ਹੈ, ਇਹਨਾਂ ਨੇ ਫਾਰਸੀ ਦੀ ਪੜ੍ਹਾਈ ਕੀਤੀ ਔਰ 13 ਸਾਲ ਦੀ ਉਦੋਂ ਉਮਰ ਸੀ। ਠੀਕ ਹੈ, ਇਹ ਇਹਨਾਂ ਦੀ ਪੜ੍ਹਾਈ ਬਾਰੇ ਹੋ ਗਿਆ। ਸੋ ਹੁਣ ਇਹਨਾਂ ਦੇ ਆਪਾਂ ਜੋ ਗ੍ਰਹਿਸਥ ਜੀਵਨ ਬਾਰੇ ਦੇਖ ਲੈਂਦੇ ਹਾਂ, ਜਿਹਦੇ ਵਿੱਚ ਆਪਾਂ ਧਰਮ ਪਤਨੀ ਅਤੇ ਉਹਨਾਂ ਦੇ ਜੋ ਪੁੱਤਰ ਸੀ ਉਹਨਾਂ ਬਾਰੇ। ਸੋ ਇਹਨਾਂ ਦੇ ਧਰਮ ਪਤਨੀ ਜੋ ਸੀ ਉਹ ਸੀ ਬੀਬੀ ਸੁਲੱਖਣੀ ਜੀ। ਠੀਕ ਹੈ, ਸੋ ਕਈ ਵਾਰੀ ਇਹ ਡਾਇਰੈਕਟ ਕੁਐਸਚਨ ਪੁੱਛ ਲੈਂਦਾ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ? ਤਾਂ ਉਹਨਾਂ ਦਾ ਨਾਮ ਸੀ ਬੀਬੀ ਸੁਲੱਖਣੀ ਜੀ। ਔਰ ਬੀਬੀ ਸੁਲੱਖਣੀ ਜੀ ਜੋ ਸੀ ਉਹ ਬਾਬਾ ਮੂਲ ਚੰਦ ਜੀ ਨੇ 10 ਪਾਈ ਸੀ ਅਤੇ ਉਹਨਾਂ ਦੀ ਆਪਣੀ ਲੜਕੀ ਸੀ। ਠੀਕ ਹੈ, ਬਾਬਾ ਮੂਲ ਚੰਦ ਦੀ ਲੜਕੀ ਸੀ। ਸੋ ਇਸ ਤੋਂ ਇਲਾਵਾ ਉਹਨਾਂ ਦੇ 2 ਪੁੱਤਰ ਸੀ ਜਿਨ੍ਹਾਂ ਦਾ ਨਾਮ ਕੀ ਸੀ? ਇਹ ਤੁਹਾਨੂੰ ਕੁਐਸਚਨ ਜੋ ਹੈ ਉਹ ਪੁੱਛ ਲਿਆ ਜਾ ਸਕਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦਾ ਕੀ ਨਾਮ ਸੀ? ਤਾਂ ਉਹਨਾਂ ਦੇ ਪੁੱਤਰ 2 ਸੀ। ਦੋਵੇਂ ਪੁੱਤਰਾਂ ਦਾ ਨਾਮ ਸੀ, ਇੱਕ ਦਾ ਨਾਮ ਸੀ ਬਾਬਾ ਸ਼੍ਰੀ ਚੰਦ, ਦੂਸਰੇ ਦਾ ਨਾਮ ਸੀ ਬਾਬਾ ਲਖਮੀ ਦਾਸ ਜੀ। ਠੀਕ ਹੈ, ਬਾਬਾ ਸ਼੍ਰੀ ਚੰਦ ਔਰ ਬਾਬਾ ਲਖਮੀ ਦਾਸ ਜੀ। ਠੀਕ ਹੈ, ਇਹ 2 ਪੁੱਤਰ ਸੀ। ਸੋ ਹੁਣ ਜੋਤੀ ਜੋਤ ਕਦੋਂ ਸਮਾਏ? ਜੋਤੀ ਜੋਤ ਜੋ ਹੈ ਉਹ ਸਮਾਏ 1539 ਦੇ ਵਿੱਚ। ਠੀਕ ਹੈ, 1539 ਦੇ ਵਿੱਚ ਜੋਤੀ ਜੋਤ ਸਮਾਏ ਔਰ ਆਪਣੀ ਗੱਦੀ ਜੋ ਹੈ ਉਹ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਕੇ ਗਏ ਸੀ। 7 ਸਤੰਬਰ 1539 ਨੂੰ ਜੋ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸੀ। ਠੀਕ ਹੈ, ਅਗਰ ਤੁਹਾਨੂੰ ਇਹ ਵੀ ਪੁੱਛ ਲਿਆ ਜਾ ਸਕਦਾ ਹੈ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਕੀ ਨਾਮ ਸੀ? ਪਹਿਲਾਂ ਤਾਂ ਭਾਈ ਲਹਿਣਾ ਨਾਮ ਸੀ ਉਹਨਾਂ ਦਾ। ਔਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਜੀ ਆਪਣਾ ਅੰਗ ਕਹਿ ਸਕਦੇ ਹਾਂ ਕਿ ਅੰਗ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਗੱਦੀ 'ਤੇ ਬਿਰਾਜਮਾਨ ਕਰਕੇ ਜੋਤੀ ਜੋਤ ਸਮਾ ਗਏ ਸੀ। ਠੀਕ ਹੈ, ਇਸ ਤੋਂ ਇਲਾਵਾ ਹੋਰ ਫੈਕਚੁਅਲ ਇਨਫੋਰਮੇਸ਼ਨ ਜੋ ਹੈ ਉਹ ਕੀ ਹੈ ਤੁਹਾਡੇ ਲਈ ਕਿ ਗੁਰੂ ਨਾਨਕ ਦੇਵ ਜੀ ਨੂੰ ਕੀਰਤਨ ਦਾ ਬਹੁਤ ਇਸ਼ਕ ਸੀ। ਭਾਈ ਮਰਦਾਨੇ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਡੂੰਘੀ ਸਾਂਝ ਦਾ ਸਭ ਤੋਂ ਵੱਡਾ ਕਾਰਨ ਇਹੀ ਸੀ ਕਿ ਮਰਦਾਨਾ ਜੋ ਸੀ ਉਹ ਰਾਗ ਵਿੱਚ ਪ੍ਰਵੀਨ ਸੀ। ਠੀਕ ਹੈ, ਮਤਲਬ ਰਾਗ ਦੇ ਵਿੱਚ ਕੀ ਹੈ ਉਹ ਮਾਹਿਰ ਸੀ। ਠੀਕ ਹੈ, ਇਸ ਤੋਂ ਇਲਾਵਾ ਉਦਾਸੀਆਂ ਵੀ ਕੀਤੀਆਂ ਉਹਨਾਂ ਨੇ, 4 ਉਦਾਸੀਆਂ ਕੀਤੀਆਂ ਸੀ ਜੋ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਗਏ ਸੀ। ਤਾਂ ਇੱਥੇ ਹੀ ਉਦਾਸੀਆਂ ਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਆ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਨ ਧਰਤੇ ਲੁਕਾਈ। ਤਾਂ ਕੀ ਹੈ ਉਹਨਾਂ ਨੇ ਜੋ 4 ਉਦਾਸੀਆਂ ਕੀਤੀਆਂ ਸੀ, ਇਹ ਆਪਾਂ ਜੋ ਹੈ ਆਪਾਂ ਹਿਸਟਰੀ ਦਾ ਪਾਰਟ ਕਰਾਂਗੇ, ਉਹਨਾਂ ਦੇ ਵਿੱਚ ਇਹਨਾਂ ਦੀਆਂ ਉਦਾਸੀਆਂ ਵੀ ਵੇਖਾਂਗੇ। ਸੋ ਇੱਥੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 4 ਉਦਾਸੀਆਂ ਉਹਨਾਂ ਨੇ ਕੀਤੀਆਂ ਸੀ। ਕਈ ਵਾਰੀ ਕੀ ਹੈ ਡਾਇਰੈਕਟ ਕੁਐਸਚਨ ਪੰਜਾਬੀ ਲੈਂਗੁਏਜ ਦੇ ਵਿੱਚ ਵੀ ਇਸ ਨੂੰ ਪੁੱਛ ਸਕਦੇ ਆ। ਠੀਕ ਹੈ, ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਸੀ ਉਹ ਮਹਾਨ ਸਮਾਜ ਸੁਧਾਰਕ ਵੱਲੋਂ ਉਹਨਾਂ ਨੇ ਕੀ ਹੈ ਲੋਕ ਚੇਤਨਾ ਜਗਾਈ ਸੀ। ਇੱਕ ਮਹਾਨ ਸਮਾਜ ਸੁਧਾਰਕ ਵੀ ਹੋਏ ਆ ਜਿਨ੍ਹਾਂ ਨੇ ਲੋਕ ਚੇਤਨਾ ਜਗਾਉਣ ਦਾ ਇੱਕ ਮਹੱਤਵਪੂਰਨ ਕੰਮ ਵੀ ਕੀਤਾ। ਸੋ ਲੋਕਾਂ ਨੂੰ ਕੀ ਹੈ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿ ਸੱਚ ਦੇ ਰਾਹ 'ਤੇ ਚੱਲੋ। ਸੋ ਉਹਨਾਂ ਦੇ ਸੱਚ ਦੇ ਮਾਰਗ ਦੇ ਉਪਦੇਸ਼ 'ਤੇ ਕਈ ਸਾਰੇ ਲੋਕ ਵੀ ਚੱਲੇ। 4 ਉਦਾਸੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਦੇਸਾਂ ਪ੍ਰਸਿੱਧ ਦੇਸਾਂ ਦੀ ਯਾਤਰਾ ਕੀਤੀ ਔਰ ਯਾਤਰਾ ਤੋਂ ਬਾਅਦ ਕੀ ਹੈ ਉਹਨਾਂ ਨੇ ਗ੍ਰਹਿਸਥ ਵਾਲਾ ਜੀਵਨ ਜੋ ਹੈ ਉਹ ਬਤੀਤ ਕੀਤਾ ਸੀ। ਉਹਨਾਂ ਨੇ ਇੱਕ ਸ਼ਹਿਰ ਵੀ ਵਸਾਇਆ ਸੀ ਜਿਸ ਦਾ ਨਾਮ ਸੀ ਕਰਤਾਰਪੁਰ। ਠੀਕ ਹੈ, ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ?
ਤਾਂ ਉਹ ਹੈ ਕਰਤਾਰਪੁਰ। ਅਤੇ ਉੱਥੇ ਜੋ ਹੈ ਖੇਤੀਬਾੜੀ ਕਰਕੇ ਇਹਨਾਂ ਨੇ 10 ਨੋਹਾਂ ਦੀ ਕਿਰਤ ਕਰਨ ਦਾ ਰਾਹ ਦੱਸਿਆ ਸੀ ਕਰਤਾਰਪੁਰ ਵਿਖੇ। ਠੀਕ ਹੈ, ਕਿਉਂਕਿ ਆਪਣਾ ਜੀਵਨ ਦਾ ਆਖਰੀ ਸਮਾਂ ਇਹਨਾਂ ਨੇ ਕਰਤਾਰਪੁਰ ਵਿਖੇ ਜੋ ਹੈ ਬਤੀਤ ਕੀਤਾ, ਤਾਂ ਕਰਕੇ ਇਹਨਾਂ ਨੇ ਉੱਥੇ ਲੋਕਾਂ ਨੂੰ ਜੋ ਹੈ ਸੰਦੇਸ਼ ਦੇਣਾ ਚਾਹਿਆ ਕਿ ਆਪਣੀ ਕਮਾਈ ਜੋ ਹੈ ਉਹ 10 ਨੋਹਾਂ ਦੀ ਕਿਰਤ ਕਰਕੇ ਹੀ ਕਰਨੀ ਚਾਹੀਦੀ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ, ਕਿਉਂਕਿ ਆਪਾਂ ਗੁਰਮਤਿ ਕਾਵਿ ਪੜ੍ਹ ਰਹੇ ਹਾਂ, ਤਾਂ ਗੁਰਮਤਿ ਕਾਵਿ ਦੇ ਵਿੱਚ ਬੇਸਿਕਲੀ ਇਹ ਦੇਖਿਆ ਜਾਂਦਾ ਹੈ ਕਿ ਜੋ ਕਵੀ ਨੇ ਉਹਨਾਂ ਦੀਆਂ ਕੀ ਰਚਨਾਵਾਂ ਨੇ। ਸੋ ਇਹ ਮੇਨ ਟੌਪਿਕ ਹੈ ਰਚਨਾਵਾਂ ਵਾਲਾ। ਸੋ ਰਚਨਾਵਾਂ ਜੋ ਹੈ ਉਹ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਹੀਆਂ। ਪਹਿਲੀ ਰਚਨਾ ਜਪਜੀ ਸਾਹਿਬ, ਫਿਰ ਆਸਾ ਦੀ ਵਾਰ, ਸਿੱਧ ਗੋਸ਼ਟ, 12ਵਾਂ ਤੁਖਾਰੀ, ਦੱਖਣੀ ਓਂਕਾਰ, ਮਾਝ ਦੀ ਵਾਰ, ਮਲਾਰ ਦੀ ਵਾਰ, ਸੋਧਰ ਅਤੇ ਸੋਹਿਲਾ, ਅਲਾਹੁਣੀਆਂ ਅਤੇ ਬਾਬਰਵਾਣੀ। ਇਹ ਜੋ ਹੈ ਇਹਨਾਂ ਦੀਆਂ ਰਚਨਾਵਾਂ ਨੇ। ਹੁਣ ਆਪਾਂ ਇਹਨਾਂ ਰਚਨਾਵਾਂ ਦੇ ਬਾਰੇ 1 ਬਾਈ 1 ਜੋ ਹੈ ਉਹ ਡਿਸਕਸ ਕਰਾਂਗੇ। ਠੀਕ ਹੈ, ਉਸ ਤੋਂ ਬਾਅਦ ਕੀ ਹੈ MCQ ਹੋਣਗੇ। ਸੋ ਸਭ ਤੋਂ ਪਹਿਲਾਂ ਜੋ ਹੈ ਜਪਜੀ ਸਾਹਿਬ। ਜਪਜੀ ਸਾਹਿਬ ਤੋਂ ਪੜ੍ਹਨ ਤੋਂ ਪਹਿਲਾਂ ਆਪਾਂ ਇਹ ਦੇਖ ਲੈਂਦੇ ਹਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੋਰ ਕੀ ਫੈਕਚੁਅਲ ਇਨਫੋਰਮੇਸ਼ਨ ਜੋ ਹੈ ਇਹਨਾਂ ਰਚਨਾਵਾਂ ਦੇ ਵਿੱਚ ਆਉਂਦੀ ਹੈ। ਤਾਂ ਗੁਰੂ ਨਾਨਕ ਦੇਵ ਜੀ ਤੇ ਤੁਹਾਡੇ ਤੋਂ ਪੁੱਛੇ ਜਾ ਸਕਦੇ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਦਰਜ ਨੇ। ਤਾਂ ਉਹ 974 ਸ਼ਬਦ ਨੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ ਦਰਜ ਨੇ। ਠੀਕ ਹੈ, ਉਹਨਾਂ ਦੀ ਸਾਰੀ ਬਾਣੀ ਜੋ ਹੈ ਉਹ ਰਾਗਮਈ ਹੈ, ਸੰਗੀਤਮਈ ਹੈ। ਠੀਕ ਹੈ, ਜੋ ਆਤਮਿਕ ਸੰਗੀਤ ਹੈ ਉਸ ਦੇ ਆਧਾਰਿਤ ਹੈ। ਲੇਕਿਨ ਜਪਜੀ ਸਾਹਿਬ ਨੂੰ ਛੱਡ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਰਚਨਾਵਾਂ ਜੋ ਨੇ ਉਹ ਵੱਖ-ਵੱਖ ਰਾਗਾਂ ਦੇ ਵਿੱਚ ਰਚੀਆਂ ਗਈਆਂ ਨੇ। ਠੀਕ ਹੈ, ਸੋ ਜਪਜੀ ਸਾਹਿਬ ਜੋ ਹੈ ਉਹ ਰਾਗ ਦੇ ਵਿੱਚ ਨਹੀਂ ਲਿਖੀ ਗਈ। ਤਾਂ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਜੋ ਰਾਗ ਦੇ ਵਿੱਚ ਨਹੀਂ ਲਿਖੀ ਗਈ। ਉਹ ਹੈ ਜਪਜੀ ਸਾਹਿਬ। ਠੀਕ ਹੈ, ਇਹ ਕੁਐਸਚਨ ਵੀ ਤੁਸੀਂ ਨੋਟ ਕਰ ਲੈਣਾ। ਇਸ ਤੋਂ ਇਲਾਵਾ ਬਾਕੀ ਸਾਰੀਆਂ ਜੋ ਬਾਣੀਆਂ ਨੇ ਉਹ ਉਹਨਾਂ ਦੀ ਜੋ ਰਚਨਾ ਹੈ ਉਹ ਰਾਗਾਂ ਦੇ ਵਿੱਚ ਹੋਈ ਹੈ। ਠੀਕ ਹੈ, ਸੋ ਹੁਣ ਆਪਾਂ ਗੱਲ ਕਰਦੇ ਹਾਂ 1 ਬਾਈ 1 ਸਾਰੀਆਂ ਬਾਣੀਆਂ ਦੀ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਜਪਜੀ ਸਾਹਿਬ। ਜੋ ਇਹਨਾਂ ਦੀ ਫੈਕਚੁਅਲ ਇਨਫੋਰਮੇਸ਼ਨ ਹੋਏਗੀ ਉਹ ਮੈਂ ਇੱਥੇ ਸਕਰੀਨ ਦੇ ਉੱਪਰ ਲਿਖਦਾ ਜਾਵਾਂਗਾ, ਤੁਸੀਂ ਬਾਕੀ ਨੋਟ ਕਰ ਲੈਣਾ। ਜਪਜੀ ਸਾਹਿਬ ਜੋ ਹੈ ਉਹ ਸਿੱਖਾਂ ਦਾ ਸਵੇਰ ਦਾ ਪਾਠ ਹੈ। ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਸਿੱਖਾਂ ਦਾ ਸਵੇਰ ਦਾ ਪਾਠ ਕਿਹੜਾ ਹੈ, ਉਹ ਜਪਜੀ ਸਾਹਿਬ ਹੈ। ਠੀਕ ਹੈ, ਇਸ ਦੇ ਵਿੱਚ ਜੋ ਕੁੱਲ ਛੰਦ ਨੇ ਉਹ ਨੇ 40। ਠੀਕ ਹੈ, 40 ਜਪਜੀ ਸਾਹਿਬ ਦੇ ਵਿੱਚ ਛੰਦ ਨੇ ਔਰ 2 ਕੀ ਨੇ ਸ਼ਲੋਕ ਨੇ। ਸ਼ਲੋਕ ਕਿੰਨੇ ਨੇ 2 ਔਰ 38 ਜੋ ਹੈ ਪੌੜੀਆਂ ਨੇ। ਠੀਕ ਹੈ, 2 ਸ਼ਲੋਕ ਔਰ 38 ਪੌੜੀਆਂ ਮਿਲ ਕੇ 40 ਬਣਦੇ ਆ। ਸੋ 40 ਛੰਦ ਜੋ ਹੈ ਜਪਜੀ ਸਾਹਿਬ ਦੇ ਵਿੱਚ ਹੈਗੇ ਆ। ਸੋ ਇਹ ਜਪਜੀ ਸਾਹਿਬ ਜੋ ਹੈ ਬਹੁਤ ਉੱਚ ਪੱਧਰ ਦੀ ਵਿਚਾਰਸ਼ੀਲ ਬਾਣੀ ਹੈ, ਜਿਹਦੇ ਵਿੱਚ ਕੀ ਹੈ ਦੱਸਿਆ ਗਿਆ ਹੈ ਕਿ ਜੋ ਰੱਬ ਹੈ ਉਹ ਇੱਕ ਹੈ ਔਰ ਨਾਮ ਜਪਣਾ ਉਸ ਦਾ ਚਾਹੀਦਾ ਹੈ। ਤੁਹਾਨੂੰ ਵਾਹਿਗੁਰੂ ਨੂੰ ਪਿਆਰ ਕਰਨਾ ਚਾਹੀਦਾ ਹੈ। ਠੀਕ ਹੈ, ਉਸ ਦੇ ਜੋ ਸਿਧਾਂਤ ਨੇ ਉਹਨਾਂ ਦੇ ਉੱਪਰ ਕੀ ਹੈ ਭਲੀ ਭਾਂਤੀ ਆਪਾਂ ਨੂੰ ਚੱਲਣਾ ਚਾਹੀਦਾ। ਠੀਕ ਹੈ, ਸੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇਹੀ ਇੱਕ ਬਾਣੀ ਹੈ ਜਿਸ ਨੂੰ ਕਿਸੇ ਸੰਗੀਤ ਵਿੱਚ ਨਹੀਂ ਟਾਲਿਆ ਗਿਆ। ਸੋ ਤੁਹਾਨੂੰ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੀ ਬਾਣੀ ਹੈ ਜਿਸ ਨੂੰ ਸੰਗੀਤ ਦੇ ਵਿੱਚ ਨਹੀਂ ਟਾਲਿਆ ਗਿਆ। ਤਾਂ ਉਹ ਹੈ ਜਪਜੀ ਸਾਹਿਬ। ਠੀਕ ਹੈ, ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਜੋ ਇਸ ਦੀ ਰਚਨਾ ਕੀਤੀ ਹੈ ਉਹ ਆਪਣੇ ਜੋਤੀ ਜੋਤ ਸਮਾਉਣ ਤੋਂ 7 ਸਾਲ ਪਹਿਲਾਂ ਦੀ ਜਾਪਦੀ ਹੈ। ਠੀਕ ਹੈ, 1539 ਦੇ ਵਿੱਚ ਜੋ ਜੋਤੀ ਜੋਤ ਸਮਾਏ ਆ ਔਰ ਇਹ ਜਾਪਦਾ ਹੈ ਕਿ ਇਹ 1532 ਦੇ ਆਸ-ਪਾਸ ਹੀ ਲਿਖੀ ਗਈ ਹੈ। ਠੀਕ ਹੈ, ਇਸ ਦੀ ਰਚਨਾ ਜੋ ਹੋਈ ਹੈ ਉਹ 1532 ਦੇ ਆਸ-ਪਾਸ ਹੋਈ ਹੈ। ਔਰ ਜਪਜੀ ਦਾ ਉਚਾਰਨ ਜੋ ਹੈ ਉਹ ਮੂਲ ਮੰਤਰ ਨਾਲ ਸ਼ੁਰੂ ਹੁੰਦਾ। ਠੀਕ ਹੈ, ਏਕ ਓਮਕਾਰ ਤੋਂ ਸ਼ੁਰੂ ਹੁੰਦਾ। ਠੀਕ ਹੈ, ਮੂਲ ਮੰਤਰ ਵਾਲਾ। ਔਰ ਜੋ ਪਹਿਲੀਆਂ 7 ਪੌੜੀਆਂ ਨੇ ਉਹਦੇ ਵਿੱਚ ਕੀ ਹੈ ਈਸ਼ਵਰ ਦਾ ਜੋ ਨਾਸ਼ ਹੈ ਨਾ ਹੋਣ ਬਾਰੇ ਦੱਸਿਆ ਗਿਆ ਹੈ ਕਿ ਈਸ਼ਵਰ ਅਵਿਨਾਸ਼ੀ ਹੈ, ਉਸ ਦਾ ਨਾਸ਼ ਨਹੀਂ ਹੋ ਸਕਦਾ। ਔਰ ਜਪਜੀ ਸਾਹਿਬ ਦਾ ਜੋ ਆਖਰੀ ਹਿੱਸਾ ਸ਼ਲੋਕ ਹੈ ਜਿਸ ਵਿੱਚ ਕੀ ਕਿਹਾ ਗਿਆ ਹੈ ਕਿ ਸਾਰੀ ਦੁਨੀਆ ਦੀ ਜੋ ਹਵਾ, ਪਾਣੀ, ਮਿੱਟੀ ਅਤੇ ਮਨੁੱਖ ਜਾਤੀ ਦਾ ਕੀ ਹੈ ਵਰਣਨ ਕੀਤਾ ਗਿਆ। ਠੀਕ ਹੈ, ਸੋ ਇਹ ਜਪਜੀ ਸਾਹਿਬ ਦੇ ਬਾਰੇ ਫੈਕਚੁਅਲ ਇਨਫੋਰਮੇਸ਼ਨ ਸੀ ਜਿਸ ਦੇ ਉੱਪਰ ਕੁਐਸਚਨ ਪੁੱਛਿਆ ਜਾ ਸਕਦਾ। ਅੱਗੇ ਗੱਲ ਕਰਦੇ ਹਾਂ ਦੂਸਰੀ ਬਾਣੀ ਦੀ, ਉਹ ਹੈ ਆਸਾ ਦੀ ਵਾਰ। ਠੀਕ ਹੈ, ਆਸਾ ਦੀ ਵਾਰ ਦੇ ਵਿੱਚ ਜੋ ਹੈ ਇਸ ਦਾ ਵੀ ਪਾਠ ਜੋ ਹੈ ਸਵੇਰ ਵੇਲੇ ਹੁੰਦਾ ਔਰ ਇਸ ਦਾ ਪਾਠ ਜੋ ਹੈ ਸਾਜ਼ਾਂ ਦੀ ਸੰਗਤ ਦੇ ਵਿੱਚ ਕੀਤਾ ਜਾਂਦਾ। ਠੀਕ ਹੈ, ਇਸ ਦੇ ਵਿੱਚ ਕੀ ਵਰਤੇ ਜਾਂਦੇ ਆ ਸਾਜ਼। ਹੁੰਦਾ ਪਾਠ ਇਹ ਵੀ ਸਵੇਰੇ ਹੈ ਜਿਵੇਂ ਜਪਜੀ ਸਾਹਿਬ ਦਾ ਪਾਠ ਸਵੇਰੇ ਹੁੰਦਾ। ਔਰ ਇਸ ਦੇ ਵਿੱਚ ਜੋ ਕੁੱਲ ਪੌੜੀਆਂ ਨੇ ਉਹ ਨੇ 24, ਮਤਲਬ 24 ਪੌੜੀਆਂ ਨੇ ਅਤੇ ਵਿੱਚ ਜੋ ਹੈ 2 ਸ਼ਲੋਕ ਵੀ ਆਏ ਆ। ਠੀਕ ਹੈ, ਆਸਾ ਦੀ ਵਾਰ ਦਾ ਜੋ ਆਰੰਭ ਹੁੰਦਾ
मतलब जो इस दी शुरुआत ਹੁੰਦੀ ਹੈ ਉਹ ਕਿੱਥੋਂ ਹੁੰਦੀ ਹੈ? ਪਰਮਾਤਮਾ ਦੀ ਉਸਤਤ ਤੋਂ। ਠੀਕ ਹੈ मतलब ਉਸਤਤ मतलब ਉਸ ਦੀ ਵਡਿਆਈ ਤੋਂ। ਠੀਕ ਹੈ, ਇਹ ਆਸਾ ਦੀ ਵਾਰ ਦੇ ਬਾਰੇ ਫੈਕਚੁਅਲ ਇਨਫੋਰਮੇਸ਼ਨ ਹੈ। ਅੱਗੇ ਆ ਸਿੱਧ ਗੋਸ਼ਟੀ। ਇਸ ਦੇ ਬਾਰੇ ਕੀ ਇਨਫੋਰਮੇਸ਼ਨ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਬਹੁਤ ਉੱਤਮ ਬਾਣੀ ਹੋਈ ਹੈ ਸਿੱਧ ਗੋਸ਼ਟੀ। ਔਰ ਸਿੱਧ ਗੋਸ਼ਟੀ ਨੂੰ ਕੀ ਹੈ, ਸਮਕਾਲੀ ਰਾਗ ਅਨੁਸਾਰ ਹੀ ਢਾਲਿਆ ਗਿਆ ਹੈ। ਰਾਗ ਕਿਹੜੇ ਦੀ ਵਰਤੋਂ ਕੀਤੀ ਗਈ ਹੈ? ਸਮਕਾਲੀ ਰਾਗ। ਸਮਕਾਲੀ ਮਤਲਬ ਉਸ ਸਮੇਂ ਦੇ ਜੋ ਰਾਗ ਸੀ ਉਹਨਾਂ ਰਾਗਾਂ ਦੇ ਵਿੱਚ ਹੀ ਢਾਲਿਆ ਗਿਆ। ਔਰ ਇਸ ਦੇ ਵਿੱਚ ਕੁੱਲ ਬੰਦ ਜੋ ਨੇ ਉਹ ਨੇ 73। ਠੀਕ ਹੈ, ਅਤੇ ਹਰ ਬੰਦ ਵਿੱਚ ਜੋ ਲਾਈਨਾਂ ਦੀ ਗਿਣਤੀ ਹੈ ਉਹ ਹੈ 6 ਲਾਈਨਾਂ ਨੇ, 73 ਬੰਦ ਨੇ। ਠੀਕ ਹੈ, ਔਰ ਸਿੱਧ ਗੋਸ਼ਟੀ ਦੀ ਇੱਕ ਪਾਸੇ ਤਾਂ ਸੁੱਚੇ ਜੀਵਨ ਨੂੰ ਜੀਣ ਦਾ ਢੰਗ ਦੱਸਦੀ ਹੈ। ਸੁੱਚਾ ਮਤਲਬ ਸਾਫ ਸੁਥਰਾ ਜੀਵਨ, ਜੋ ਸੱਚਾਈ ਦੇ ਮਾਰਗ 'ਤੇ ਚੱਲ ਰਿਹਾ ਜੀਵਨ ਹੈ, ਉਸ ਦੇ ਬਾਰੇ ਆਪਾਂ ਨੂੰ ਕੀ ਹੈ ਦੱਸਦੀ ਹੈ। ਔਰ ਦੂਸਰੇ ਪਾਸੇ ਕੀ ਹੈ, ਜੋ ਜੀਵਨ ਦੇ ਬੁਨਿਆਦੀ ਸਵਾਲ ਨੇ ਜਿਨ੍ਹਾਂ ਵਿੱਚੋਂ ਕੀ ਹੈ ਰਿਆਸਮਈ ਜੀਵਨ ਵੀ ਇੱਕ ਹੈ, ਉਸ ਨਾਲ ਵੀ ਕੀ ਹੈ ਆਪਾਂ ਨੂੰ 2-4 ਕਰਵਾਉਂਦੀ ਹੈ। ਮਤਲਬ ਉਸ ਦੇ ਬਾਰੇ ਵੀ ਆਪਾਂ ਨੂੰ ਕੀ ਹੈ ਗਿਆਨ ਦਿੰਦੇ ਆ। ਠੀਕ ਹੈ, ਸੋ ਇਹ ਸਿੱਧ ਗੋਸ਼ਟੀ ਬਾਰੇ ਕੀ ਹੈ ਫੈਕਚੁਅਲ ਇਨਫੋਰਮੇਸ਼ਨ ਹੈ। ਅੱਗੇ ਆ 12ਵਾਂ। 12ਵਾਂ ਦਾ ਮੀਨਿੰਗ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਦੇਸੀ 12 ਮਹੀਨੇ, ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋ ਅੱਸੋ ਕੱਤੋ। ਠੀਕ ਹੈ, ਇਹ ਸਾਰੇ 12 ਮਹੀਨੇ ਆ। ਸੋ ਇਹ ਸਭ ਤੋਂ ਛੋਟੀ ਰਚਨਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ, ਛੋਟੀ ਰਚਨਾ। ਔਰ ਇਸ ਦੇ ਵਿੱਚ ਕੁੱਲ ਬੰਦ ਜੋ ਹੈ ਉਹ 17 ਨੇ। ਠੀਕ ਹੈ, ਹਰ ਬੰਦ ਦੇ ਵਿੱਚ 6 ਲਾਈਨਾਂ ਨੇ। ਔਰ ਬਾਣੀ ਦੇ ਵਿੱਚ ਕੀ ਹੈ 12 ਮਹੀਨਿਆਂ ਦੌਰਾਨ ਜੋ ਕੁਦਰਤ ਦੇ ਵੱਖ-ਵੱਖ ਜੋ ਬਦਲਦੇ ਸੁਭਾਅ ਨੇ ਉਹਨਾਂ ਦਾ ਵਰਣਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਥੇ ਆਤਮਾ ਔਰ ਪਰਮਾਤਮਾ ਦੇ ਮਿਲਣ ਦੀ ਗੱਲ ਵੀ ਕੀਤੀ ਗਈ ਹੈ। ਉਹਨਾਂ ਦਾ ਵਿਛੋੜਾ ਜੋ ਕੀ ਹੁੰਦਾ ਹੈ ਉਸ ਦੇ ਦਰਦ ਨੂੰ ਮਹਿਸੂਸ ਕਰਵਾਇਆ ਗਿਆ। ਔਰ ਐਂਡ 'ਤੇ ਕਿਵੇਂ ਆਤਮਾ ਪਰਮਾਤਮਾ ਨਾਲ ਮਿਲਦੀ ਹੈ, ਲੀਨ ਹੁੰਦੀ ਹੈ, ਉਸ ਦੇ ਬਾਰੇ ਵੀ ਦੱਸਿਆ ਗਿਆ। ਔਰ ਮਿਲਣ ਕਿੰਨਾ ਖੂਬਸੂਰਤ ਹੈ ਔਰ ਵਿਛੜਨ ਦੇ ਵਿੱਚ ਕਿੰਨੀ ਬਿਰਹਾ ਛੁਪੀ ਹੋਈ ਹੈ, ਉਹ ਸਾਰੇ ਬਾਰੇ ਕੀ ਹੈ 12ਵਾਂ ਦੇ ਵਿੱਚ ਆਪਾਂ ਨੂੰ ਜਾਣਕਾਰੀ ਮਿਲਦੀ ਹੈ। ਅੱਗੇ ਹੈ ਦੱਖਣੀ ਓਂਕਾਰ। ਦੱਖਣੀ ਓਂਕਾਰ। ਸੋ ਇਸ ਦੇ ਵਿੱਚ ਕੀ ਫੈਕਚੁਅਲ ਇਨਫੋਰਮੇਸ਼ਨ ਹੈ ਉਹ ਹੈ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਅਧਿਆਤਮਕ ਬਾਣੀ ਹੈ। ਠੀਕ ਹੈ, ਔਰ ਇਸ ਦੀ ਰਚਨਾ ਜੋ ਹੈ ਮਹਾਨ ਵਿਸਮਾਦੀ ਹੈ ਅਤੇ ਅਨੁਭਵ ਦੇਣ ਵਾਲੀ ਇੱਕ ਕਾਵਮਈ ਰਚਨਾ ਹੈ। ਠੀਕ ਹੈ, ਇੱਕ ਤਾਂ ਇਹ ਮਹਾਨ ਜੋ ਹੈ ਵਿਸਮਾਦੀ ਹੈ ਔਰ ਦੂਸਰਾ ਕੀ ਹੈ ਅਨੁਭਵੀ ਹੈ, ਅਨੁਭਵੀ ਕਾਵਮਈ ਰਚਨਾ ਹੈ। ਠੀਕ ਹੈ, ਔਰ ਇਸ ਤੋਂ ਇਲਾਵਾ ਓਂਕਾਰ ਵਿੱਚ ਜੀਵਨ ਯੋਗ ਦੇ ਬਹੁਤ ਸਾਰੇ ਕੀ ਹੈ ਵਿਸ਼ਿਆਂ ਦੇ ਤੱਤਾਂ ਦਾ ਕੀ ਹੈ ਵਰਣਨ ਕੀਤਾ ਗਿਆ ਇਸ ਦੇ ਵਿੱਚ। ਇਸ ਦੇ ਮੁੱਖ ਵਿਸ਼ੇ ਤੁਹਾਨੂੰ ਪੁੱਛੇ ਜਾ ਸਕਦੇ ਆ ਕਿ ਦੱਖਣੀ ਓਂਕਾਰ ਦੇ ਮੁੱਖ ਵਿਸ਼ੇ ਕਿਹੜੇ-ਕਿਹੜੇ ਆ, ਉਹਨਾਂ ਨੂੰ ਨੋਟ ਕਰ ਲੈਣਾ। ਪਹਿਲਾ ਹੈ ਪਰਮਾਤਮਾ। ਅੱਗੇ ਦੂਸਰਾ ਕਿਹੜਾ ਹੈ? ਦੂਸਰਾ ਜੋ ਹੈ ਨਾਮ ਦੇ ਸ਼ਬਦ ਅਤੇ ਉਸ ਦੀ ਜੀਵਨ ਦਾਤਾ ਮਾਰਗ। ਜੋ ਨਾਮ ਦਾ ਸ਼ਬਦ ਹੈ ਉਸ ਦੇ ਬਾਰੇ ਦੱਸਿਆ ਗਿਆ ਮੁੱਖ ਜੋ ਵਿਸ਼ਾ ਹੈ। ਉਸ ਤੋਂ ਇਲਾਵਾ ਗੁਰਮੁਖ। ਠੀਕ ਹੈ, ਤੀਸਰਾ ਜੋ ਹੈ ਗੁਰਮੁਖ ਹੈ। ਔਰ ਚੌਥਾ ਜੋ ਹੈ ਉਹ ਹੈ ਸਤੀ ਸੂਰਮੇ ਦਾ ਧਰਮ। ਔਰ ਪੰਜਵਾਂ ਜੋ ਹੈ ਆਦਰਸ਼ ਇਸਤਰੀ ਬਾਰੇ ਹੈ। ਔਰ ਛੇਵਾਂ ਜੋ ਹੈ ਜਗਤ ਅਤੇ ਜੀਵ ਦੇ ਬਾਰੇ ਇਸ ਦੇ ਵਿੱਚ ਵਰਣਨ ਹੈ। ਸੱਤਵਾਂ ਜੋ ਹੈ ਸਿਮਰਨ ਜਪ ਅਤੇ ਅਭਿਆਸ, ਇਸ ਦੇ ਬਾਰੇ ਕੀ ਹੈ ਵਰਣਨ ਕੀਤਾ ਗਿਆ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਮਾਝ ਦੀ ਵਾਰ। ਜੋ ਮਾਝ ਦੀ ਵਾਰ ਹੈ ਉਸ ਦੀ ਕੀ ਫੈਕਚੁਅਲ ਇਨਫੋਰਮੇਸ਼ਨ ਹੈ। ਸੋ ਮਾਝ ਦੀ ਵਾਰ ਜੋ ਹੈ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸੱਚ ਬਾਬਤ ਵਿਚਾਰਾਂ ਅਤੇ ਭਾਵਾਂ ਨੂੰ ਸਮਝਣ ਲਈ ਇੱਕ ਅਦੁੱਤੀ ਰਚਨਾ ਹੈ, ਅਦਭੁਤ ਰਚਨਾ ਹੈ, ਜਿਸ ਦੇ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਕੀ ਹੈ ਸੱਚ ਸੰਬੰਧੀ ਵਿਚਾਰ ਦਿੰਦੇ ਆ ਅਤੇ ਸੱਚ ਸੰਬੰਧੀ ਜੋ ਭਾਵ ਨੇ ਉਹਨਾਂ ਦੇ ਬਾਰੇ ਕੀ ਹੈ ਸਮਝਣ ਦੇ ਬਾਰੇ ਆਪਾਂ ਨੂੰ ਸੰਖੇਪ ਦੇ ਵਿੱਚ ਵਰਣਨ ਕਰਦੇ ਆ। ਔਰ ਜੋ ਮਾਝ ਦੀ ਵਾਰ ਹੈ ਇਸ ਵਿੱਚ ਕੀ ਹੈ ਹੁਕਮ ਦਾ ਸੰਕਲਪ ਜੋ ਹੈ ਉਹ ਪ੍ਰਧਾਨ ਹੈ। ਕਿਹੜਾ ਸੰਕਲਪ ਜੋ ਹੈ ਪ੍ਰਧਾਨ ਹੈ? ਹੁਕਮ ਦਾ। ਇਸ ਵਿੱਚ ਕਿਸ ਦੇ ਹੁਕਮ ਦੀ ਗੱਲ ਕੀਤੀ ਗਈ ਹੈ? ਹੁਕਮ ਮਤਲਬ ਰੱਬ ਦਾ ਹੁਕਮ ਜੋ ਹੈ ਉਹ ਪ੍ਰਧਾਨ ਹੈ। ਸੱਚ ਦੇ ਸੰਕਲਪ ਦੀ ਵੀ ਵਿਆਖਿਆ ਜੋ ਹੈ ਇਸ ਦੇ ਵਿੱਚ ਮਿਲਦੀ ਹੈ, ਲੇਕਿਨ ਪ੍ਰਧਾਨ ਜੋ ਹੈ ਉਹ ਹੈ ਹੁਕਮ ਦਾ। ਸੱਚ ਦਾ ਸੰਕਲਪ ਦੀ ਵਿਆਖਿਆ ਮਿਲਦੀ ਹੈ ਕਿਉਂਕਿ ਇਹ ਬਾਣੀ ਜੋ ਹੈ ਸੱਚ ਦੇ ਸੰਬੰਧੀ ਜੋ ਵਿਚਾਰ ਨੇ ਅਤੇ ਭਾਵ ਨੇ ਉਹਨਾਂ ਨੂੰ ਸਮਝਣ ਦੇ ਬਾਰੇ ਕੀ ਹੈ ਇਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਲੇਕਿਨ ਹੁਕਮ ਦੇ ਨਾਲ ਨਾਲ ਕੀ ਹੈ ਸੱਚ ਦਾ ਜੋ ਹੈ ਸੰਕਲਪ ਵੇਖਣ ਨੂੰ ਮਿਲਦਾ।
ਅੱਗੇ ਮਾਝ ਦੀ ਵਾਰ ਤੋਂ ਬਾਅਦ ਆਪਾਂ ਦੇਖ ਲੈਂਦੇ ਹਾਂ ਮਲਾਰ ਦੀ ਵਾਰ। ਇਸ ਦੇ ਵਿੱਚ ਕੀ ਕੀ ਇਨਫੋਰਮੇਸ਼ਨ ਹੈ। ਗੁਰੂ ਜੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਨੇ ਮਾਨਵਤਾ ਨੂੰ ਇਸ ਵਾਰ ਵਿੱਚ ਕੀ ਹੈ, ਇੱਕ ਸੁਰਤਾਂ ਵਾਲਾ ਜੀਵਨ ਬਿਤਾਉਣ ਦੀ ਕੀ ਹੈ ਜਾਂਚ ਦੱਸੀ ਹੈ। ਠੀਕ ਹੈ, ਮਾਨਵਤਾ ਨੂੰ ਇੱਕ ਸੰਦੇਸ਼ ਦੇਣਾ ਚਾਹਿਆ ਕਿ ਇੱਕ ਸੁਰਤਾ ਵਾਲਾ ਜੀਵਨ ਕਿਵੇਂ ਜੀਣਾ। ਇਸ ਤੋਂ ਇਲਾਵਾ ਇਸ ਦੇ ਵਿੱਚ ਆਪਾਂ ਨੂੰ ਰਹੱਸ, ਵਿਅੰਗ ਔਰ ਇਸ ਤੋਂ ਇਲਾਵਾ ਇਸ ਦੀ ਜੋ ਧੁਨੀ ਹੈ, ਧੁਨੀ ਕਵਿਤਾ ਦੀ ਆਤਮਾ ਹੁੰਦੇ ਨੇ। ਠੀਕ ਹੈ, ਮਲਾਰ ਦੀ ਵਾਰ ਵਿੱਚ ਇਸ ਗੱਲ ਦੀ ਥੋੜ੍ਹ ਨਹੀਂ ਹੈ, ਇਹ ਜੋ ਹੈ ਰਿਪੀਟ ਹੁੰਦੇ ਰਹਿੰਦੇ ਆ। ਰਹੱਸ ਬਹੁਤ ਦੇਖਣ ਨੂੰ ਮਿਲਦਾ ਹੈ ਔਰ ਵਿਅੰਗ ਕੀਤੇ ਗਏ ਆ ਜੀਵੀ ਇਸਤਰੀ 'ਤੇ, ਔਰ ਧੁਨੀ ਜੋ ਹੈ ਉਸ ਦੇ ਵਿੱਚ ਕੀ ਹੈ, ਕਵਿਤਾ ਦੀ ਆਤਮਾ ਦੇ ਬਾਰੇ ਕੀ ਹੈ ਵਾਰ-ਵਾਰ ਜ਼ਿਕਰ ਜੋ ਹੈ ਦੇਖਣ ਨੂੰ ਮਿਲਦਾ। ਅੱਗੇ ਹੈ ਸਦਰ ਸਲੋਕ। ਇਸ ਦੇ ਬਾਰੇ ਆਪਾਂ ਦੇਖ ਲੈਂਦੇ ਹਾਂ। ਜੋ ਆਸਾ ਰਾਗ ਹੈ ਉਸ ਵਿੱਚ ਸੰਕਲਿਤ ਹੈਗੇ ਆ ਇਹ ਸ਼ਬਦ, ਔਰ ਭਾਈ ਕਾਹਨ ਸਿੰਘ ਜੀ ਆਪਣੇ ਮਹਾਨ ਕੋਸ਼ ਦੇ ਵਿੱਚ ਇਹ ਲਿਖਦੇ ਆ ਕਿ ਇਸ ਦੇ ਆਰੰਭ ਵਿੱਚ ਆਏ ਸਦਰੋਂ ਕਿਹਾ ਮੋਗਰ ਕਿਹਾ। ਪਾਠ ਹੋਣ ਕਰਕੇ ਕੀ ਹੈ ਇਸ ਦਾ ਇਹ ਨਾਮ ਪਿਆ, ਔਰ ਇਸ ਵਿੱਚ ਕੀ ਹੈ ਪਰਮਾਤਮਾ ਦੇ ਮਹਾਨ ਦੁਆਰ ਦਾ ਅਨੁਭਵ ਪ੍ਰਗਟ ਕੀਤਾ ਗਿਆ। ਜੋ ਪਰਮਾਤਮਾ ਦਾ ਮਹਾਨ ਦੁਆਰ ਹੈ ਉਸ ਦੇ ਬਾਰੇ ਦੱਸਿਆ ਗਿਆ, ਜਿੱਥੇ ਕੀ ਹੈ ਅਨੇਕਾਂ ਦੇਵੀ ਦੇਵਤੇ, ਸਿੱਧ ਯੋਗੀ, ਯੋਧੇ, ਗਿਆਨੀ ਆਦਿ ਜੋ ਹੈ ਉਹ ਖੜੋਤੇ ਹੋਏ ਆ ਅਤੇ ਪਰਮਾਤਮਾ ਦਾ ਜਸ ਗਾ ਰਹੇ ਆ, ਉਸ ਦੀ ਉਸਤਤ ਕਰ ਰਹੇ ਆ। ਜਿੱਥੇ ਪਰਮਾਤਮਾ ਖੁਦ ਵਿਰਾਜਮਾਨ ਹੈ, ਉਸ ਦੇ ਦਰ ਦੇ ਬਾਹਰ ਖੜ੍ਹ ਕੇ ਸਾਰੇ ਦੇਵੀ ਦੇਵਤਾ ਉਸ ਦੇ ਸਾਹਮਣੇ ਕੀ ਆ ਨਤਮਸਤਕ ਹੋ ਰਹੇ ਆ, ਮਤਲਬ ਆਪਣਾ ਮੱਥਾ ਜੋ ਹੈ ਉਸ ਦੇ ਸਾਹਮਣੇ ਟੇਕ ਰਹੇ ਆ, ਹੱਥ ਜੋੜ ਕੇ ਖੜ੍ਹੇ ਆ ਉਸ ਦੇ ਸਾਹਮਣੇ। ਇਸ ਸ਼ਬਦ ਦੀ ਜੋ ਜਪੂ ਦੀ 27ਵੀਂ ਪੌੜੀ ਨਾਲ ਕੀ ਹੈ ਅਤੀ ਅਧਿਆਤਮਿਕ ਸਮਾਨਤਾ ਹੈ, ਔਰ ਸਾਰੂ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 22 ਸੋਲੇ ਨੇ। ਠੀਕ ਹੈ, ਇਸ ਤੋਂ ਇਲਾਵਾ ਅਲਾਹੁਣੀਆਂ ਬਾਰੇ ਵੀ ਆਪਾਂ ਦੇਖ ਲੈਂਦੇ ਹਾਂ। ਅਲਾਹੁਣੀਆਂ ਕੀ ਨੇ? ਅਲਾਹੁਣੀਆਂ ਜੋ ਨੇ ਇਸ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮ੍ਰਿਤ ਵੇਲੇ, ਮ੍ਰਿਤ ਮਤਲਬ ਮਰਨ ਵੇਲੇ ਦਾ ਇੱਕ ਪੰਜਾਬੀ ਲੋਕ ਗੀਤ ਹੈ, ਜਿਸ ਵਿੱਚ ਆਮ ਕਰਕੇ ਕੀ ਹੈ ਮਰੇ ਹੋਏ ਵਿਅਕਤੀ ਦੇ ਗੁਣਾਂ ਦਾ ਜੋ ਹੈ ਉਹ ਦੁੱਖਦਾਇਕ ਸੁਰ ਦੇ ਵਿੱਚ ਕੀ ਹੈ ਉਸ ਦੀ ਉਸਤਤ ਕੀਤੀ ਜਾਂਦੀ ਹੈ। ਇਹ ਨੇ ਅਲਾਹੁਣੀਆਂ। ਠੀਕ ਹੈ, ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰ ਬੜੀ ਸਫਲਤਾ ਨਾਲ ਕੀ ਹੈ ਸਾਹਿਤਕ ਅਭਿਵਿਅਕਤੀ ਦਾ ਮਾਧਿਅਮ ਬਣਾ ਕੇ ਵਡਹੰਸ ਰਾਗ ਵਿੱਚ ਕੀ ਹੈ 5 ਅਲਾਹੁਣੀਆਂ ਲਿਖੀਆਂ ਨੇ। ਕਿਹੜੇ ਰਾਗ ਦੇ ਵਿੱਚ ਅਲਾਹੁਣੀਆਂ ਲਿਖੀਆਂ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਮਿੰਟ ਮੈਂ ਦੁਬਾਰਾ ਲਿਖ ਲੈਂਦਾ। ਵਡਹੰਸ ਰਾਗ ਦੇ ਵਿੱਚ ਕਿੰਨੀਆਂ ਅਲਾਹੁਣੀਆਂ ਲਿਖੀਆਂ ਨੇ? 5। ਠੀਕ ਹੈ, ਅਲਾਹੁਣੀਆਂ ਜੋ ਹੈ ਮ੍ਰਿਤ ਵੇਲੇ ਦਾ ਇੱਕ ਪੰਜਾਬੀ ਲੋਕ ਗੀਤ ਹੈ। ਠੀਕ ਹੈ, ਸੋ ਹੁਣ ਕੁਝ ਫੈਕਚੁਅਲ ਇਨਫੋਰਮੇਸ਼ਨ ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਬਾਣੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਹੈ ਦਰਜ ਜੋ ਬਾਣੀਆਂ ਨੇ ਉਹਨਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਸਿੱਧ ਬਾਣੀਆਂ ਜੋ ਨੇ ਉਹ ਹੈ ਜਪਜੀ ਸਾਹਿਬ ਔਰ ਆਸਾ ਦੀ ਵਾਰ। ਇਹ 2 ਪ੍ਰਸਿੱਧ ਬਾਣੀਆਂ ਮੰਨੀਆਂ ਜਾਂਦੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ। ਠੀਕ ਹੈ, ਜਪਜੀ ਸਾਹਿਬ ਦੇ ਵਿੱਚ ਜੋ ਤੁਹਾਨੂੰ ਦੱਸਿਆ ਹੈ ਕਿ ਇਸ ਦੀ ਸ਼ੁਰੂਆਤ ਮੂਲ ਮੰਤਰ ਤੋਂ ਹੁੰਦੀ ਹੈ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਠੀਕ ਹੈ, ਔਰ ਤੁਹਾਨੂੰ ਇਹ ਕੁਐਸਚਨ ਸ਼ਾਇਦ ਇੱਕ ਸ਼ਲੋਕ 'ਤੇ ਪੁੱਛਿਆ ਜਾ ਸਕਦਾ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਇ ਦਾਇਆ ਖੇਲੇ ਸਗਲ ਜਗਤ। ਸੋ ਇਹ ਪੁੱਛਿਆ ਜਾ ਸਕਦਾ ਹੈ ਕਿ ਇਹ ਸ਼ਲੋਕ ਹੈ, ਛੰਦ ਹੈ ਜਾਂ ਕੁਝ ਹੋਰ ਹੈ। ਤਾਂ ਇਹ ਕੀ ਹੈ? ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਵਾਲਾ ਸ਼ਲੋਕ ਹੈ। ਠੀਕ ਹੈ, ਸੋ ਹੁਣ ਗੱਲ ਕਰਦੇ ਹਾਂ ਆਪਾਂ ਇਹਨਾਂ ਦੇ ਵਿਚਾਰ ਅਤੇ ਫਲਸਫੇ ਦੀ, ਕਿ ਇਹਨਾਂ ਦੀ ਵਿਚਾਰਧਾਰਾ ਜੋ ਹੈ ਉਹ ਕਿਸ ਤਰ੍ਹਾਂ ਦੀ ਸੀ। ਸੋ ਇਹਨਾਂ ਦੀ ਜੋ ਬੇਸਿਕਲੀ ਵਿਚਾਰਧਾਰਾ ਸੀ ਉਹ ਅਧਿਆਤਮਿਕ ਸੀ। ਠੀਕ ਹੈ, ਅਧਿਆਤਮਿਕ ਆਤਮਾ ਦੀ ਕੀ ਹੈ ਪ੍ਰਾਪਤੀ ਦੇ ਵੱਲ ਜੋ ਹੈ ਉਹ ਇਸ਼ਾਰਾ ਕਰਦੀ ਸੀ ਕਿ ਕਿਵੇਂ ਜੋ ਹੈ ਸੱਚ ਦੇ ਮਾਰਗ ਦੇ ਉੱਪਰ ਚੱਲਿਆ ਜਾਣਾ ਹੈ, ਉਸ ਦੇ ਕੀ ਰਾਹ ਨੇ, ਉਸ ਦੇ ਵਿੱਚ ਕੀ ਕਸ਼ਟ ਆਉਂਦੇ ਨੇ, ਉਹਨਾਂ ਕਸ਼ਟਾਂ ਨੂੰ ਕਿਵੇਂ ਦੂਰ ਕਰਨਾ ਹੈ, ਇਸ ਦੇ ਬਾਰੇ ਕੀ ਹੈ ਆਪਾਂ ਨੂੰ ਜਾਣਕਾਰੀ ਮਿਲਦੀ ਹੈ। ਠੀਕ ਹੈ, ਔਰ ਜੇਕਰ ਆਪਾਂ ਫਲਸਫੇ ਦੀ ਗੱਲ ਕਰੀਏ ਤਾਂ ਫਲਸਫਾ ਜੋ ਹੈ ਇੱਕ ਸ਼ਲੋਕ ਤੋਂ
ਸਪਸ਼ਟ ਹੋ ਜਾਂਦਾ ਹੈ। ਵਿੱਚ ਲਿਖਿਆ ਹੋਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਸ ਤੁਕ ਦੇ ਵਿੱਚ ਕੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਦਾ ਫਲਸਫਾ ਜੋ ਹੈ ਆਪਾਂ ਨੂੰ ਕਲੀਅਰ ਹੋ ਜਾਂਦਾ ਹੈ। ਔਰ ਇਸ ਤੁਕ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਹੇ ਮਨ ਤੂੰ ਉਸ ਪਰਮਾਤਮਾ ਦਾ ਜੋਤ ਸਰੂਪ ਹੈ, ਉਸ ਤੋਂ ਵਿਛੜਿਆ ਹੋਇਆ ਹੈ, ਔਰ ਤੂੰ ਉਸ ਨੂੰ ਮੂਲ ਨੂੰ ਪਛਾਣ ਜਿਸ ਤੋਂ ਤੂੰ ਕੀ ਹੈ ਵਿਛੜ ਕੇ ਇਸ ਸੰਸਾਰ ਦੇ ਜੋ ਚੱਕਰ ਨੇ ਉਸ ਦੇ ਵਿੱਚ ਫਸਿਆ ਹੋਇਆ, ਔਰ ਉਹਨਾਂ ਚੱਕਰਾਂ ਤੋਂ ਦੂਰ ਹੋ ਕੇ ਤੂੰ ਵਾਪਿਸ ਉਸ ਦੇ ਮੂਲ ਦੇ ਵਿੱਚ ਕਿਵੇਂ ਮਿਲਣਾ ਹੈ ਉਸ ਦੇ ਬਾਰੇ ਕੀ ਹੈ ਆਪਾਂ ਨੂੰ ਜਾਣਕਾਰੀ ਦਿੰਦੇ ਆ। ਠੀਕ ਹੈ, ਸੋ ਬੇਸਿਕਲੀ ਇਸ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਤੁਕ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਅਗਰ ਸ਼ੋਰਟ ਦੇ ਵਿੱਚ ਦੱਸਾਂ ਤਾਂ ਕੀ ਕਹਿ ਰਹੇ ਆ, ਆਪਣੇ ਸਵੈ ਆਤਮਿਕ ਪ੍ਰਾਪਤੀ ਦੇ ਫਲਸਫੇ ਦਾ ਨਿਚੋੜ ਕੱਢ ਕੇ ਉਹ ਰੱਖ ਦਿੰਦੇ ਆ। ਠੀਕ ਹੈ, ਔਰ ਉਹਨਾਂ ਨੇ ਜੋ ਉਹਨਾਂ ਦੀ ਵਿਚਾਰਧਾਰਾ ਹੈ ਉਹ ਬਾਹਰਲੇ ਪਖੰਡਾਂ ਆਡੰਬਰਾਂ ਦੇ ਵਿਰੋਧੀ ਸੀ। ਠੀਕ ਹੈ, ਔਰ ਪਰਮਾਤਮਾ ਬਾਰੇ ਅਤੇ ਆਤਮਾ ਬਾਰੇ ਉਹਨਾਂ ਦਾ ਕੀ ਜੋ ਹੈ ਮੰਨਣਾ ਸੀ ਉਸ ਦੇ ਬਾਰੇ ਵੀ ਤੁਹਾਨੂੰ ਮੈਂ ਦੱਸ ਦਿੰਦਾ। ਜੋ ਪਰਮਾਤਮਾ ਦੇ ਸੰਬੰਧੀ ਉਹਨਾਂ ਦਾ ਦ੍ਰਿਸ਼ਟੀਕੋਣ ਸੀ ਉਹ ਉਹਨਾਂ ਦੇ ਮੂਲ ਮੰਤਰ ਦੇ ਅੰਤਰਗਤ ਹੀ ਜੋ ਹੈ ਉਹ ਆ ਜਾਂਦਾ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰੂ ਪ੍ਰਸਾਦ। ਸੋ ਇਸ ਦੇ ਵਿੱਚ ਜੋ ਹੈ ਗੁਰੂ ਨਾਨਕ ਦੇਵ ਜੀ ਸਪਸ਼ਟ ਕਰ ਦਿੰਦੇ ਆ ਕਿ ਉਹ ਨਿਰਗੁਣ ਬ੍ਰਹਮ ਦੇ ਉਪਾਸਕ ਨੇ। ਠੀਕ ਹੈ, ਔਰ ਪਰਮਾਤਮਾ ਜੋ ਹੈ ਉਹ ਇੱਕ ਹੈ। ਠੀਕ ਹੈ, ਔਰ ਸਿੱਧ ਗੋਸ਼ਟੀ ਵਿੱਚ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਨਿਰਗੁਣ ਹੋਣ ਦਾ ਅਤੇ ਉਸ ਦੀ ਜੋ ਸੁਗੁਣ ਬ੍ਰਹਮ ਦੀ ਉਤਪੱਤੀ ਮੰਨਦਿਆਂ ਕਿਹਾ ਹੈ ਦੱਸਿਆ ਹੋਇਆ ਹੈ, ਔਰ ਅਭਿਵਿਅਕਤੀ ਤੋਂ ਕੀ ਹੈ ਨਿਰਮਲ ਰੂਪ ਜੋ ਹੈ ਬ੍ਰਹਮ ਉਸ ਦੀ ਹੋਣ ਦੇ ਬਾਰੇ ਕੀ ਹੈ ਜ਼ਿਕਰ ਕੀਤਾ ਗਿਆ। ਔਰ ਆਤਮਾ ਬਾਰੇ ਕੀ ਕਹਿੰਦੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ, ਆਤਮਾ ਸੰਬੰਧੀ ਉਹਨਾਂ ਦੀ ਕੀ ਵਿਚਾਰਧਾਰਾ ਹੈ ਉਸ ਬਾਰੇ ਕਿਹਾ ਜਾਂਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਜੋ ਹੈ ਪਰਮਾਤਮਾ ਅਤੇ ਆਤਮਾ ਵਿੱਚ ਕਿਸੇ ਪ੍ਰਕਾਰ ਦਾ ਕੋਈ ਚਿੰਤਨ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਚਿੰਤਨ ਨਹੀਂ ਹੈ। ਆਤਮਾ ਅਤੇ ਪਰਮਾਤਮਾ, ਪਰਮਾਤਮਾ ਅਤੇ ਆਤਮਾ ਦਾ ਕੀ ਹੈ ਨਿਵਾਸ ਹੈ, ਮਤਲਬ ਉਹ ਇੱਕ ਹੀ ਮੰਨ ਰਿਹਾ। ਕਿਵੇਂ ਮੰਨ ਰਿਹਾ, ਇੱਕ ਮੈਂ ਜੋ ਹੈ ਬੋਲ ਰਿਹਾ ਆਤਮ ਮੇ ਰਾਮ, ਰਾਮ ਮੇ ਆਤਮਾ। ਠੀਕ ਹੈ, ਸੋ ਇਹ ਹੀ ਲਿਖਿਆ ਹੋਇਆ ਉਹਨਾਂ ਨੇ ਕਿ ਆਤਮਾ ਦੇ ਵਿੱਚ ਹੀ ਰਾਮ ਵਸਦਾ ਹੈ ਔਰ ਰਾਮ ਦੇ ਵਿੱਚ ਹੀ ਆਤਮਾ। ਠੀਕ ਹੈ, ਸੋ ਇਸ ਤੋਂ ਬਾਅਦ MCQ ਨੇ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਨੇ, ਕਿਉਂਕਿ ਲੈਕਚਰ ਲਗਭਗ 28 ਮਿੰਟ ਦਾ ਹੋ ਚੁੱਕਿਆ ਹੈ, ਇਸ ਸੰਬੰਧੀ ਇੱਕ ਲੈਕਚਰ ਹੁਣੇ ਹੀ ਅਪਲੋਡ ਕੀਤਾ ਜਾਏਗਾ। ਇਸ ਤੋਂ ਬਾਅਦ ਤੁਸੀਂ ਇਸ ਨੂੰ ਦੇਖੋ, ਆਪਣਾ ਰਿਵਿਊ ਦੇਣਾ ਨਾ ਭੁੱਲਣਾ ਔਰ ਆਪਣੇ ਸਾਥੀਆਂ ਤੱਕ ਜ਼ਰੂਰ ਸ਼ੇਅਰ ਕਰਨਾ। MCQ ਬਣੇ ਪਏ ਆ ਔਰ ਇਸੇ PDF ਦੇ ਵਿੱਚ ਨੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ। ਤੁਹਾਨੂੰ ਟੈਲੀਗ੍ਰਾਮ ਗਰੁੱਪ ਦਾ ਲਿੰਕ ਵੀ ਭੇਜ ਦਿੱਤਾ ਜਾਏਗਾ ਜਿਸ ਨੂੰ ਤੁਸੀਂ ਜੁਆਇਨ ਕਰ ਲੈਣਾ, ਔਰ 2 ਚੈਨਲ ਦਾ ਲਿੰਕ ਹੋਏਗਾ, ਦੋਨਾਂ ਨੂੰ ਜੁਆਇਨ ਕਰ ਲੈਣਾ। ਦੋਨਾਂ 'ਤੇ ਕੀ ਹੈ ਕਲਾਸ ਵਾਰੀ ਅਪਡੇਟ ਹੁੰਦੀ ਰਹੇਗੀ।